हरि ओम तत् सत सतनाम वाहिगुरु। अज सितंबर महीने की 4 तारीख है ते चारे दिशा चारे साधन चारे खानियां और चारे बाणियां बहुत कुछ है जेड़ा चार चार दे खेतर च आउंदा है। तो असे एक विचार है, विज्ञान है कि पहला तो यह जानना कि ये गुरुआं ने बाणी च भी कहा, संत लोगों ने बाणी तो बाहर भी कहा कि ओह विज्ञान उन्ना ही नहींगा कि जिन्नी बाणी है। बाणी तो बाहर भी बहुत कुछ जानने वाला पिया ते बाणी दे अंतर्गत भी बहुत कुछ जानने वाला पिया। ते जिन्ना चिर जानदा नहींगा, जैसे भुख है अंदरों उठती है, ये उन्ना चिर निवारण नहीं हुंदी जिन्ना चिर कुछ भुख की तृप्ति लई किसी किस्म का इहनूं भोजन नहीं दे दिंदा। जेड़े हिरदे च विवेक विचार उठती है, ये उन्ना चिर तृप्त नहीं हुंदे जिन्ना चिर सत दा साक्षात नहीं कर लेंदी। कुछ चाहुंदी है तो इसनूं समझना पड़ेगा कि विचार किस चीज नूं चाहुंदी है, भुख किस चीज नूं चाहुंदी है, भोजन नूं चाहुंदी है ते विचार किस चीज नूं चाहुंदी है। ये चाह तां कुछ हो रही पर इहनूं पता नहीं की चाहुंदी है। जेड़ा ये पता नहीं लगता भी की अंदरों चाह उठ रही है, इहदा नाम अज्ञान है। कि कपड़े दे हेठ कोई चीज मालमता पड़ती है पर तेनों पता नहीं लगता कि कपड़े हेठ की चीज पई है। ये तेरे हृदय दे अंदर एक चाह इच्छा पैदा हो रही है, कुछ चाहुंदी है पर तैनूं पता नहीं लगता भी की चाहुंदी है। तां इस वास्ते अज एतवार का दिन भी है, 4 तारीख भी है ते कोई ना कोई किसी चीज का नाम धरना पैंदा है। क्योंकि रूप वाली चीज का कोई नाम रखना पैंदा है। जिवें आदमियां दे रूप एक ही है, नैन नेत्र कन आदि कर्म ज्ञान इंद्र सारियां दे इक्को जे है। पर फिर भी इस रूप ते उन्होंने कोई ना कोई नाम रखे हुए है ते ये ग्रुप बनाए है जेड़े ग्रुपां दे भी नाम रखे हुए है। क्योंकि रूप वाली चीज का प्रगटावा जेड़ा हुंदा है वो नाम प्रगटावा करता है।
ਇਹ ਬਾਤ ਨੂੰ ਅੱਗੇ ਤੋਰਨਾ ਥੋੜੇ ਜਿਹਾ ਇੱਥੇ ਖਿਆਲ ਰੱਖਿਓ ਵੀ ਅਸੀਂ ਇਸ ਚੀਜ਼ ਨੂੰ ਲੈਣਾ ਕਿ ਸਾਡਾ ਕੋਈ ਦੁਨੀਆ ਤੇ ਗਰੁੱਪ ਨਹੀਂ, ਸਾਡਾ ਕੋਈ ਧਰਮ ਨਹੀਂ, ਸਾਡਾ ਕੋਈ ਮਜ਼ਹਬ ਨਹੀਂ, ਕੋਈ ਫਿਰਕਾ ਨਹੀਂ, ਕੋਈ ਜਾਤ ਨਹੀਂ, ਕੋਈ ਕੁਲ ਨਹੀਂ, ਕੋਈ ਗੋਤ ਨਹੀਂ। ਤਾਂ ਇਹ ਜਿੰਨੀਆਂ ਵੀ ਚੀਜ਼ਾਂ ਹਨ, ਅਸੀਂ ਕਿਸੇ ਪੰਥ ਨੂੰ ਨਹੀਂ ਮੰਨਦੇ, ਅਸੀਂ ਕਿਸੇ ਗਰੁੱਪ ਨੂੰ ਨਹੀਂ ਮੰਨਦੇ, ਤੇ ਨਾ ਕਿਸੇ ਦੇ ਅਨੁਸਾਰਾਂ ਤੇ ਨਾ ਕਿਸੇ ਦੇ ਵਿਰੁੱਧ। ਇਹਨਾਂ ਉਪਾਧੀਆਂ ਦੇ ਵਿੱਚੋਂ ਅਸੀਂ ਇੱਕ ਚੇਤਨ ਸਤਾ ਹੈ ਉਹਨੂੰ ਪਹਿਚਾਨ ਰਹੇ ਹਾਂ, ਤੇ ਸਾਡਾ ਦੂਸਰੇ ਭੈਣ ਭਰਾਵਾਂ ਨੂੰ ਇਹ ਲਕਸ਼ ਹੈ ਕਹਿਣੇ ਦਾ ਕਿ ਉਸ ਸਤਾ ਨੂੰ ਪਹਿਚਾਣੋ ਕਿ ਜਿਹੜਾ ਤੁਸੀਂ ਕਹਿੰਦੇ ਕਾਸੇ ਨੂੰ ਚਿੱਤ ਕਰੀ ਜਾਂਦਾ, ਚਿੱਤ ਕਰੀ ਜਾਂਦਾ, ਟਿਕਦਾ ਨਹੀਂ। ਤਾਂ ਉਹ ਇਹ ਹੈ ਕਿ ਜਿਵੇਂ ਨਦੀਆਂ ਨਾਲਿਆਂ ਦਾ ਪਾਣੀ ਵਹੀ ਜਾਂਦਾ, ਵਗਿਆ ਜਾਂਦਾ, ਉਹ ਉਹਨਾਂ ਚਿਰ ਰੁਕੇਗਾ ਨਹੀਂ ਜਦੋਂ ਆਦਿਸ਼ਟਾਨ ਉਹਨਾਂ ਦਾ ਸਮੁੰਦਰ ਦੇ ਵਿੱਚ ਟਕਰਾਓ ਨਹੀਂ ਹੁੰਦਾ। ਜਦੋਂ ਸਮੁੰਦਰ ਦੇ ਵਿੱਚ ਮਿਲ ਜਾਂਦੇ, ਜਾ ਕੇ ਪਾਣੀ ਲੱਗ ਜਾਂਦਾ ਤਾਂ ਉਹ ਰੁਕ ਜਾਂਦੇ। ਇਸ ਸਰੀਰ ਦੇ ਅੰਦਰ और ਸਰੀਰ ਦੇ ਬਾਹਰ और दसों दिशा और चारों ओर से एक सता मिली हुई है। संत लोगों ने ਉਹਨੂੰ सता ਕਿਹਾ ਤੇ ਬਹੁਤਿਆਂ ਲੋਕਾਂ ਨੇ, ਪ੍ਰਛਿੰਨ ਲੋਕਾਂ ਨੇ ਇਸ ਸਤਾ ਨੂੰ ਸੱਪ ਦੀ ਸੰਗਿਆ ਵੀ ਦਿੱਤੀ ਹੈ। ਸਤਾ ਕਹਿ ਲੋ ਔਰ ਸੱਪ ਕਹਿ ਲੋ। ਇਹ ਜਿੰਨਾ ਚਿਰ ਪ੍ਰਛਿੰਨ ਉਪਾਧੀ ਦੇ ਘੇਰੇ ਚ ਆ ਗਿਆ, ਕਈ ਲੋਕ ਸਮੁੰਦਰਾਂ ਤੇ ਸੈਰਾਂ ਕਰਦੇ, ਪਾਣੀ 'ਚ ਮौज ਮਸਤੀਆਂ ਕਰਦੇ, ਤੇ ਸਮੁੰਦਰ ਦੇ ਵਿੱਚੋਂ ਉਫਾਨ ਉੱਠਦਾ ਹੈ। ਜਦੋਂ ਉਹਦੇ ਅੰਤਰਗਤ ਆ ਜਾਂਦੇ ਆ, ਫਿਰ ਵਿੱਚ ਡੁੱਬਦੇ ਆ। ਫਿਰ ਉਹਨਾਂ ਨੂੰ ਕਿਸੇ ਬੇੜੇ ਦੀ, ਕਿਸੇ ਨਾ ਕਿਸੇ ਜਹਾਜ਼ ਦੀ ਜ਼ਰੂਰਤ ਪੈਂਦੀ ਹੈ ਇਸ ਸਮੁੰਦਰ ਚੋਂ ਡੁੱਬਦੇ ਹੋਏ ਨੂੰ ਬਾਹਰ ਆਉਣ ਲਈ। ਇਸੇ ਤਰ੍ਹਾਂ ਹੀ ਇਹਦੀ ਚਾਹ ਪੂਰੀ ਨਹੀਂ ਹੋ ਰਹੀ ਕਿ ਇਹ ਇੱਕ ਉਹ ਗਿਆਨ ਆਨੰਦ ਦਾ ਸਮੁੰਦਰ ਹੈ ਜਿਹਨੂੰ ਇਹ ਚਾਹੁੰਦਾ ਹੈ, ਪਰ ਇਹਨੂੰ ਪਤਾ ਨਹੀਂ ਵੀ ਮੈਂ ਕੀ ਚਾਹੁੰਦਾ। ਉਹਦਾ ਨਾਂ ਸਾਡੇ ਸੰਤ ਲੋਕਾਂ ਨੇ ਰੱਖਿਆ ਹੋਇਆ ਸੁੱਖ। ਇਹ ਸੁੱਖ ਨੂੰ ਚਾਹੁੰਦਾ ਹੈ। मच्छर को लेकर के मक्खी, पशु, हाथी, घोड़ा, कुकर, सुकर जो भी ਇਹ ਸੁੱਖ ਨੂੰ ਵੇਖ ਕੇ, ਸੁੱਖ ਨੂੰ ਪਾ ਕੇ ਪ੍ਰਸੰਨ ਹੈ, ਔਰ ਦੁੱਖ ਨੂੰ ਪਾ ਕਰਕੇ ਸਾਰੇ ਪੀੜਾ ਮਹਿਸੂਸ ਕਰਦੇ। ਪੇੜ ਪੌਦੇ, ਜੜ ਸ੍ਰਿਸ਼ਟੀ ਵੀ ਤੇ ਚੱਲ ਸ੍ਰਿਸ਼ਟੀ ਵੀ, ਸੰਤ ਲੋਕਾਂ ਨੇ ਇਹਦਾ ਸਮੂਲਚਾ ਅਰਥ ਸਮਾਤਾ। आगे बर्मा आद चीटी लो जेते, दुख में द्वेष करे सब तेते। ये कीड़े तो लेके बर्मा ताई सारे मत पावे, ये दुख में द्वेष करते हैं। सारे दुख में द्वेष इसलिए करते हैं
ਕਿ ਸੁੱਖ ਨੂੰ ਚਾਹੁੰਦੇ ਆ। ਤੇ ਸੰਤ ਲੋਕਾਂ ਨੇ ਇਹਨੂੰ ਅੱਗੇ ਤੋਰਨ ਲਈ ਕੁਝ ਇਸ਼ਾਰੇ ਦੇ ਰੂਪ ਦੇ ਵਿੱਚ ਵਚਨ ਕਹੇ ਹੋਏ ਹੈ। ਤਾਂ ਇਹ ਜਗਿਆਸੂ ਬਣ ਕੇ ਉਹਨਾਂ ਵਚਨਾਂ ਦਾ ਸਰਵਣ ਕਰੇ ਤਾਂ ਇਸ ਨੂੰ ਉਹ ਲਾਭਦਾਇਕ ਹੋ ਜਾਂਦੇ। ਤਾਂ ਉਹ ਅਸੀਂ ਵਚਨ ਪਛਾਣੋ ਕਿਹੜੇ ਹੈ ਕਿ ਜਿਹੜੇ ਵਚਨ ਇਹ ਬੋਲਦੇ ਆ ਕਿ ਸੁਖ ਸਰੂਪ ਹੋਏ ਸੁਖ ਕੋ ਢੂੰਡੇ। ਇਹ ਆਖ ਕਿ ਜਿਵੇਂ ਕਿ ਜਲ ਮੇ ਮੀਨ ਪਿਆਸੀ, ਪਾਣੀ ਦੇ ਵਿੱਚ ਮੱਛੀ ਸਦਾ ਰਹਿੰਦੀ ਤਾਂ ਫਿਰ ਵੀ ਕਹਿੰਦੀ ਮੈਨੂੰ ਪਿਆਸੀ ਹੈ। ਤਾਂ ਇਹ ਹੋਏਗਾ ਕਿ ਪਾਣੀ ਕਿੱਥੋਂ ਮਿਲੇਗਾ? ਤਾਂ ਕੋਈ ਤਟਸਥ ਹੋ ਕੇ ਕਹੇ ਹੈ ਭਲੀਏ ਪਾਣੀ ਦੇ ਅੰਤਰਮੁਖੀ ਤੂੰ ਰਹਿ ਰਹੀ ਹੈ, ਸਰਬੋਰ ਸੇ ਤੇਰੇ ਪਾਣੀ ਹੀ ਪਾਣੀ ਹੈ। ਤੇ ਜਿਹੜਾ ਇਹ ਸੁੱਖ ਨੂੰ ਭਾਲਦਾ ਹੈ ਇਹਨੂੰ ਵੀ ਕੋਈ ਦੱਸਣ ਵਾਲਾ ਕਹੇਗਾ ਕਿ ਜਿਵੇਂ ਮੱਛੀ ਪਾਣੀ ਦੇ ਵਿੱਚ ਡੁੱਬੀ ਹੋਈ ਵੀ ਪਿਆਸੀ ਹੈ, ਉਹਨੂੰ ਪਤਾ ਨਹੀਂ ਗਾ ਇਸੇ ਤਰ੍ਹਾਂ ਤੂੰ ਸੁੱਖ ਸਰੂਪ ਦੇ ਵਿੱਚ ਡੁੱਬਿਆ ਹੋਇਆ। ਤੇਰੇ ਦਸੋ ਦਿਸ਼ਾ ਦੇ ਔਰ ਸ਼ੋਰ ਦੇ ਅੰਤਰ ਬਾਹਰ ਸੁੱਖ ਹੀ ਸੁੱਖ ਹੈ ਤੇ ਤੂੰ ਸੁੱਖ ਨੂੰ ਅਨੁਭਵ ਕਰਨ ਲਈ ਭਟਕਦਾ ਫਿਰਦਾ। ਕਦੇ ਹਰਿਦੁਆਰ ਜਾਣਾ, ਕਦੇ ਕਾਂਸੀ ਮਥੁਰਾ ਜਾਣਾ, ਕਦੇ ਅੰਮ੍ਰਿਤਸਰ ਜਾਣਾ, ਕਦੇ ਲਾਹੌਰ ਜਾਣਾ। ਕਿਉਂ ਜਾਣਾ? ਕਿ ਤੂੰ ਦੁੱਖ ਮਹਿਸੂਸ ਕਰਦਾ, ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ। ਤੇ ਸਾਡੇ ਸੰਤਾਂ ਨੇ ਕਿਹਾ ਕਿ ਸੁੱਖ ਸਰੂਪ ਹੋਏ ਸੁੱਖ ਕੋ ਢੂੰਡੇ, ਜਲ में नीन प्यासी, आत्म ज्ञान बिना जग सुनना, क्या मथुरा क्या काशी। जिथे भी कोई बड़े बड़े मठ बना के बैठे है, वो दुखिए नूं लगता है कि ये सुखी होगा क्योंकि ਇਹਦਾ मठ बहुत ਵਧੀਆ है। ਇਹਦੇ ਮੱਠ ਦੇ ਵਿੱਚ ਆਮਦਨ ਬਹੁਤ ਹੈ, ਅੰਨ ਤਾਂ ਇੱਥੇ ਬਹੁਤ ਇਕੱਠਾ ਹੁੰਦਾ ਹੈ, ਤਾਂ ਇਹ ਤਾਂ ਬਹੁਤ ਸੁਖੀ ਹੋਊਗਾ। ਇਹ ਭੁਲੇਖਾ ਹੈ ਹਰ ਇੱਕ ਨੂੰ ਦੂਜੇ ਪ੍ਰਤੀ ਸੁੱਖ ਦਾ। ਤਾਂ ਇਹ ਵੇਖੋ ਵੀ ਜੇ ਮੰਦਰ ਦੇ, ਮਸਜਿਦ ਦੇ, ਗੁਰਦੁਆਰੇ ਦੇ इत्यादि लेकर के ग्रंथा में पंथा में जे सुख रखा होवे तो हर पंथ फिर के जे बिल्कुल शांत होके बहेगे। ये शांत क्यों नहीं? तो गुरुआ ने बाणी दे विच कहा कि शांत है ना है ना सी ना होणगे। क्यों? इन्हां दे अंदर एक राग और द्वेष ते संग्रह तीन प्रकार की एक बीमारी है। राग द्वेष ते भोग संग्रह करन दी। ये दुनिया दे सारे भोग इकट्ठे करके भी शांत नहीं हो सकता। तो क्यों नहीं हो सकता? किन्ने फिरके बने,
कोई आदा भी मैं भिंडण वालियां च रल जा तां शांत हो जाऊंगा, तां इह होएगा फिरके दे विच जेड़ा भी फिरके प्रशन्नत च आ गया, प्रशन्न च शांति नहीं है, सुख पूर्ण सता में है। दूजा कहंदा नानक सारा वालियां च चलिया जावां मैं सुखी हो जाऊं। ਇਹਦੇ ਆਦਤ ਲੈ ਕੇ ਬਹੁਤ ਫਿਰਕੇ ਹਨ, ਉਹ ਸਾਰੇ ਭੁੱਲ ਭੁਲੇਖੇ ਚ ਬੈਠੇ ਆ। क्यों? सुरती ने कहता है कि सुख स्वरूप होए सुख को ढूंढे, खुद सुख स्वरूप है फिर सुख क्यों भालदा? कई वोटां च खड़े होके सुख मनदा, कई भंडारे करके सुख मनदा भी जे एक वड्डा भंडारा कर दईए तो फिर तो आपे धन पदार्थ लोग आप ही दे जाओगे। वो भी भंडारा करदा नहीं गा, भंडारा चाहुंदा है। इसे तरह ही कोई बाणी पढ़ता है, कोई मंत्र पढ़ता है, कोई मूल मंत्र पढ़ता है, कई मूल मंत्र दियां झूठियां अफवाहां फैला रहे हैं। जे 100 बारी मूल मंत्र पढ़ ले तो धरती थोड़ी जी टेढ़ी हो जाती है, जे 200 बारी मूल मंत्र पढ़ ले तो धरती हरी भरी हो जाती है। ते जे किते मूल मंत्र दिन रात ही पढ़ी जावे तो धरती इथों उठेगी ते तां सारा पुलाड़ लंघ जेगी। साध संगत जी ये मूल मंत्र की ताकत है। ओए पहले किसनों मूल मंत्र कहने हैं? ये मंत्र जेड़ा थोड़ा मंत्र नाम है बोलण दा, कुछ बोलना इनू मंत्र क्या संस्कृत भाषा में कि थोड़ा मूल जेड़ा मंत्र है, जेड़ा संत बोलते है, जेड़ा अज्ञानी बोलते, जेड़ा धर्मी बोलते है, ये मूल में की है? जिस दे आसरे इच्छा शक्ति फुर्त हो रही, जिस दे आसरे क्रिया शक्ति स्फुर्त हो रही, जिस दे आसरे विज्ञान शक्ति, विवेक शक्ति और आनंद शक्ति जागरूक हो रही है, तो थोड़ा मंत्र कहंदा कि वो मूल नूं पछाणिया कि नहीं, उस नूं पछाणन वाले उपदेश का नाम है मूल मंत्र। ये चार खानी दे जगत में मूल में की है? सब तो पहला की है उनके मूल, ते वो मूल नूं तुसीं जाणिया भी 100 बारी मूल मंत्र पढ़ के उन्होंने जान लिया भी वो मूल की है। गुरुआ ने फिर आख्या 100 बारी मूल जपन का नहीं, तो गुरुआ ने कहा कि जेड़ा मन मानता मनी बैठा है भी कुछ है जरूर मूल में, तो उन्होंने गुरुआ ने कहा कि माना तू जोत स्वरूप है, अपना मूल पछाण। ये मूल मंत्र दे 100 बारी आखण का ना ने, गुरुआ ने इन्हू पछाणन की बात कही, पहचान मूल में की है। तब प्रत्येक देहधारी में कुछ तेरे मूल में की है? ये शरीर है जेड़ा, ये मूल है, तो एदा मूल की है?
ਜੇਕਰ ਤੁਸੀਂ ਜਿਹਨੂੰ ਮੰਤਰ ਬੋਲ ਕੇ ਮੂਲ ਆਖਿਆ ਜਾਂਦਾ ਹੈ ਉਹ ਆਦਿਸ਼ਟਾਨ ਹੈ ਤੇ ਚਾਰ ਖਾਣੀ ਦਾ ਜਗਤ ਹੈ ਜਿਹੜਾ ਇਹਦੇ ਟਾਹਣੀਆਂ ਪੱਤੇ ਆ। ਸਾਰੇ ਸੰਤ ਭਗਤ ਮਹੰਤ ਧਰਮੀ ਜੋਗੀ ਭੋਗੀ ਇਹ ਸਾਰੇ ਟਾਹਣੀਆਂ ਪੱਤਿਆਂ ਤੇ ਪ੍ਰਸੰਨ ਬੈਠੇ ਆ। ਉਹ ਵੀ ਕੋਈ ਦੋਸ਼ਨ ਲਈ ਪ੍ਰਸੰਨ ਹੁੰਦੇ ਮੁੜ ਕੇ ਫੇਰ ਪੀੜਤ ਹੋ ਜਾਂਦੇ ਆ। ਕਿਉਂ? ਇਹ ਬਿਰਛ ਦੀਆਂ ਟਾਹਣੀਆਂ ਪੱਤੇ ਹਨ, ਚਾਰ ਖਾਣੀ ਦੇ ਪਸ਼ੂ ਪੰਛੀ ਅੰਨ ਧਨ ਭੋਗ। ਤੇ ਗੁਰੂਆਂ ਨੇ ਸੰਤਾਂ ਨੇ ਕਿਹਾ ਤੁਸੀਂ ਕਿਹੜੇ ਮੂਲ ਮਰਤ ਨੂੰ ਜੀ ਸਾਧ ਸੰਗਤ ਜੀ ਇਹਦੇ 51 ਪਾਠ ਕਰ ਲੈ ਨਾ। ਅੱਛਾ ਫੇਰ ਕੀ ਤੂੰ ਫੇਰ ਵੀ ਅਗਿਆਨੀ ਰਹਿ ਜਾਣਾ। 51 ਪਾਠ ਕਰਕੇ ਜਾਣ ਲਿਆ ਬਨ ਮੂਲ ਮੇ ਕੀ ਹੈ। ਤਾਂ ਇਹ ਆਏਗਾ ਸੰਤਾਂ ਨੇ ਕਿਹਾ ਜੇ ਤੂੰ ਝੂਠ ਮੋਲ ਕੇ ਕਹਿਣਾ ਵੀ ਹਾਂ ਜੀ ਮੈਂ ਜਾਣ ਲਿਆ ਤਾਂ ਇਹ ਹੈਗਾ ਕਿ ਜਿਹੜੇ ਪਾਪ ਦੇ ਪ੍ਰਭਾਵ ਸੇ ਤੂੰ ਪਹਿਲਾਂ ਨਹੀਂ ਜਾਣ ਸਕਿਆ ਇੱਕ ਪਾਪ ਉੱਤੇ ਹੋਰ ਕਰ ਧਰ ਰਿਆਂ ਸਿਰ ਤੇ ਕੀ ਕਿ ਜੀ ਮੈਂ ਜਾਣ ਲਿਆ। ਤਾਂ ਬਾਣੀ ਨੇ ਇਹਦੇ ਬਾਰੇ ਬਾਣੀ ਨੇ ਕਿਹਾ ਅਕੇ ਸੋਈ ਅਜਾਣ ਕਹੇ ਹਉ ਜਾਣਾ। ਜਿਹੜਾ ਕਹਿੰਦਾ ਮੈਂ ਮੂਲ ਨੂੰ ਜਾਣ ਲਿਆ ਇਹ ਅਣਜਾਣ ਹੈ। ਤੇ ਜਿਹਨੂੰ ਜਾਣਨਾ ਸੀ ਜਾਣਨ ਹਾਰ ਨਾ ਛਾਨਾ ਰੇ। ਕੋਈ ਛਿੜਿਆ ਹੋਇਆ ਸੀ ਤੈਥੋਂ ਤੇ ਤੂੰ ਜਾਣ ਨਹੀਂ ਰਿਹਾ ਸਾਂ। ਇਹਨੂੰ ਜਾਣ 51 ਕਰ ਲਾ 50 ਕਰ ਲਾ ਫੇਰ ਕੀ ਉੱਥੇ ਹੀ ਬੈਠਾ ਧਰਤੀ ਤੇ ਜਿੱਥੇ ਬੈਠੇ ਦੇਹ ਤੋਂ ਅੱਗੇ ਉੱਠਿਆ ਕਿ ਨਹੀਂ। ਤਾਂ ਸੰਤਾਂ ਨੇ ਕਿਹਾ ਜਿਹਨੇ ਮੂਲ ਬਿਰਛ ਨੂੰ ਪਾਇਆ ਹੈ ਉਹਨੇ ਢਾਲ ਹੱਥ ਨਹੀਂ ਲਾਇਆ ਹੈ। ਇਹ ਸੰਸਾਰ ਬਿਰਛ ਦਾ ਜਿਹੜਾ ਮੂਲ ਹੈ ਜਿਸ ਨੇ ਉਹਨੂੰ ਪਾਲਿਆ ਹੈ ਇਹ ਢਾਲਾਂ ਪੱਤਿਆਂ ਨੂੰ ਹੱਥ ਨਹੀਂ ਲਾਉਂਦਾ। ਉਹ ਮੂਲ ਤੋਂ ਕਦੇ ਵੀ ਚੁੱਪ ਨਹੀਂ ਹੁੰਦਾ। ਬਾਣੀ ਨੇ ਸਾਨੂੰ ਮੂਲ ਨੂੰ ਪਛਾਣਨ ਲਈ ਕਿਹਾ ਤਾਂ ਉਹ ਜ਼ੋਰ ਦਿੰਦੇ ਜੀ ਸਾਧ ਸੰਗਤ ਜੀ ਮੂਲ ਮੰਤਰ ਦੇ ਵਿੱਚ ਬਹੁਤ ਤਾਕਤ ਹੈ। ਕਿਉਂਕਿ ਮੂਲ ਮੰਤਰ ਝੋਟਾ ਹੈ ਕਿ ਹਾਥੀ ਹੈ ਜਿਹੜਾ ਕੁਝ ਮਗਰ ਪਾ ਕੇ ਖਿੱਚ ਕੇ ਲੈ ਜਾਂਦਾ। ਕਾਸ ਨੂੰ ਤੁਸੀਂ ਮੂਲ ਮੰਤਰ ਕਹਿੰਦੇ। ਮੂਲ ਮੰਤਰ ਨੂੰ ਵਿਚਾਰਿਆ ਕਿ ਨਹੀਂ। ਇੱਕ ਤੋਂ ਸ਼ੁਰੂ ਹੁੰਦਾ ਹੈ। ਇੱਕ ਕੀ ਹੈ ਤਾਂ ਬਹੁਤ ਕੁਛ ਇਹਨਾਂ ਨੇ ਕਿਹਾ। ਹੋਰ ਵੀ ਕਈ ਫਿਰ ਕੇ ਇਹ ਬੋਲਦੇ ਇੱਕ ਤੂੰ ਹੀ ਨਿਰੰਕਾਰ। ਉਹ ਵੀ ਬੋਲਦੇ ਜਾਣ ਨੂੰ ਕੋਸ਼ਿਸ਼ ਕਰਦੇ। ਤਾਂ ਇਹ ਕਿਸ ਨੇ ਕਿਹਾ? ਤਾਂ ਇਹ ਗਿਆਨ ਹੈ ਜਿਹੜਾ ਇਹ ਨਾਨਕ ਜੀ ਨੇ ਪੁਕਾਰ ਕੇ ਆਖਿਆ ਅਖੇ ਭਾਈ ਰੇ ਭਾਈ ਮੈਨਾ ਹੁੰਦਾ ਹੈ ਆਪਣੇ ਸਮਤਾ ਜੋੜ ਕੇ ਵੀ ਜਿਵੇਂ ਆ ਫਿਰ ਕੇ ਬਣੇ ਆ ਤੇ ਇਹਨਾਂ ਦੇ ਸੰਤ 10 ਫੁੱਟ ਉੱਚੇ ਕੁਰਸੀ ਤੇ ਬੈਠੇ ਆ ਤੇ ਇਹ ਉਹਨਾਂ ਤੋਂ ਐਂ ਡਰੇ ਹੋਏ ਆ ਜਿਵੇਂ ਗੁਨਾਹਗਾਰ ਲੋਕ ਥਾਣੇ ਦੇ ਵਿੱਚ ਬੈਠੇ ਹੋਏ ਪੁਲਿਸ ਤੋਂ ਡਰੇ ਆ। ਇਹ ਆਪਦੇ ਸੰਤਾਂ ਗੁਰੂਆਂ ਤੋਂ ਡਰਦੇ ਆ। ਕਿਉਂ ਡਰਦੇ ਆ? ਵੀ ਇਹਨਾਂ ਨੂੰ ਵੀ ਪਤਾ ਹੈ ਕਿ ਗੁਰੂ ਦਬਦਬਾ ਬਣਾ ਕੇ ਗੁਰੂ ਖਵਾਉਂਦੇ ਆ, ਸਾਨੂੰ ਡਰਾ ਕੇ ਰੱਖਦੇ ਆ। ਤਾਂ ਇਹਦਾ ਆ ਕੇ ਕਿਹਾ ਇਹਨਾਂ ਗੁਰੂਆਂ ਦੀ ਬਾਤ ਨਹੀਂ ਕੀਤੀ। ਉਹ ਕਿਸ ਗੁਰੂ ਦੀ ਗੱਲ ਕਰਦੇ ਕਿ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ।
पूछो बर में नारदा वेद व्यासै कोई भी वेद ने अध्ययन किया व्यास नूं पुछ लो, बर्मा नूं पुछ लो, नारद नूं पुछ लो, जिहड़े जीवन मुक्त होए उन्होंने भी कहा कि भाई रे गुर बिन ज्ञान ना होए। तो नानक जी महाराज ने भी क्या है कि गुर बिन घोर अंधार, गुरु बिन समझ ना आवे, गुर बिन सुरत न शुद्ध, गुरु बिन मुक्त ना पावे। कितने कितने गुरुआं ने गुरबाणी दे विच अनुभव रखे अपने। ते एक कहता देखो सनातन धर्मी, आर्य समाजी, जैन, बौद्ध, न्यायी, विशेषक, मीमांसक, निरंकारी, सच्चा सौदा, व्यास, राधा स्वामी जो इतिहास लेके ये सारे कहते हैं भी ज्ञान जिन्ना चिर विचारां दा किसी नाल आदान प्रदान नहीं करते उन्ना चिर ज्ञान विकसित नहीं हिरदे च हुंदा। ये सारे कहते हैं कि गुरु बिना ज्ञान नहीं हो सकता। ते एक कल्ला सिख पंथ है जिहड़ा कहंदा भजदा गुरु नहीं हो सकता। तो वो जिहड़े कहंदे गुरु बिना ज्ञान नहीं हो सकता, वो जनता नूं अपना विज्ञान प्रकट करन भी इस लई नहीं हो सकता। ते जिहड़े कहंदे बंदा गुरु नहीं हो सकता, ये जनता नूं विज्ञान प्रकट करन भी इस करके नहीं हो सकता। दोनों मानता दे मन्नी बैठे हैं। तो गुरु ग्रंथ साहब ने क्या गुरु एक सतगुरु आखे सतपुरख जिन जानिया, सतगुरु किसका नाम। पुरख पूर्ण सता सत स्वरूप नूं जिने जान लिया वो सतगुरु है। ये तो बाणी आदि है। ते तू किवें कहना जी गुरु बंदा नहीं हो सकता। ये बाणी किहनूं कहंदी है? सतपुरख जिन जानिया, सतगुरु किसका नाम, तिसके संग सिख उधरे, नानक हर गुण गाओ। ते तुसी ये तो गुरु बोल रहे, ते तू तटस्थों के पासे ते खड़ा कहता जी बंदा गुरु नहीं हो सकता, गुरु वड्डा है ज्ञानी पुरुष के तू। दसो ਇਹਦਾ निषेध करो तो सही, कदों नहीं हो सकता। दसो जनता भोली भाली है, एक कुछ जानना चाहती है। ते दोनों धिरां दसो तो सही भी गुरु होना ऐनी जरूरी है। ते बंदा गुरु नहीं हो सकता, ऐसा करके नहीं हो सकता। ਉਹੀ ਸ਼ਬਦਾਂ ਦਾ ਜ਼ੋਰ ਲਾਈ ਜਾਂਦੇ ਤੇ ਦੁਨੀਆ ਨੂੰ ਫੁੱਟਬਾਲ ਵਾਂਗੂ ਇੱਕ ਗੁਰੂ ਵੱਲ ਧੱਕਦੇ ਆ, ਇੱਕ ਗ੍ਰੰਥ ਵੱਲ ਧੱਕਦੇ ਆ। ਇਹਨਾਂ ਲੋਕਾਂ ਨੂੰ ਰੋਲੀ ਜਾਂਦੇ ਆ। ਯਥਾਰਥ ਬਾਤ ਬਤਾਓ ਕੀ ਹੈ? ਤਾਂ ਯਥਾਰਥ ਭਗਤ ਦੇ ਵਿੱਚ ਫੇਰ ਨਾਨਕ ਜੀ ਬੋਲਦੇ ਬ੍ਰਹਮ ਬਿੰਦੇ ਸੇ ਸਤਿਗੁਰ ਕਹੀਏ। जिसने ब्रह्म नो जान लिया वो सतगुरु है। ब्रह्म बिंदा सो सतगुरु कहिए। हर हर कथा सुनावे दोनों संसारी लोकां नू गाथा वार्ता हरि भक्ति सुनावे के गए चले गए शरीर ते आउणगे शरीर उन्हां दी गल ना करे। ब्रह्म बिंदे सो सतगुर कहिए। हर हर कथा सुनावे तिस गुर को
ਸਾਧਨ ਭੋਜਨ ਪਾਠ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਇਹ ਲਫ਼ਜ਼ ਗੁਰੂਆਂ ਦੇ ਕਦੇ ਸੁਣੇ ਪੜੇ ਹੈ ਕਿ ਨਹੀਂ? ਕਿ ਗੁਰੂਆਂ ਨੇ ਜਿਹੜਾ ਆਪਣਾ ਅੰਮ੍ਰਿਤ ਅਨੁਭਵ ਰੱਖਿਆ ਸੀ ਕਿ ਇਸ ਅਨੁਭਵ ਨੂੰ ਛੂੰਹਦਿਆਂ ਜਿਵੇਂ ਬਿਜਲੀ ਨੂੰ ਛੂੰਹਦਿਆਂ ਹੀ ਬਿਜਲੀ ਦੇ ਨਾਲ ਜੁੜ ਜਾਂਦਾ ਹੈ ਤੇ ਬਿਜਲੀ ਇਹਨੂੰ ਮ੍ਰਿਤੂ ਕਰ ਦਿੰਦੀ ਹੈ, ਮੁੜ ਕੇ ਛੱਡਦੀ ਨਹੀਂ ਉਹਨਾਂ ਚਿਰ। ਤੇ ਜਿਹੜਾ ਗੁਰੂਆਂ ਨੇ ਅੰਮ੍ਰਿਤ ਪ੍ਰਗਟ ਕੀਤਾ ਇਹਨੂੰ ਛੂੰਹਦਿਆਂ ਹੀ ਅਮਰ ਹੋ ਜਾਂਦਾ, ਮੁੜ ਕੇ ਜੰਮਣ ਮਰਨੇ ਦਾ ਉਹ ਖਤਮ